ਵੈਲਕਮ ਟੂ ਦਾ YouTube ਚੈਨਲ ਆਫ ਅਮ੍ਰਿਤ ਸੀਨੀਅਰ ਸੈਕੰਡਰੀ ਸਕੂਲ। ਬੇਟਾ ਅੱਜ ਅਸੀਂ ਟੌਪਿਕ ਕਰਦੇ ਜਾ ਰਹੇ ਹਾਂ ਜਿਹੜਾ ਅਸੀਂ ਪੈਂਡਿੰਗ ਪਿਛਲਾ ਚੱਲਦੇ ਪਏ ਸੀਗੇ, ਮੈਜਰਮੈਂਟ ਆਫ ਗੈਸਿਸ। ਇਹ ਸਾਡਾ ਸਮਝ ਲਓ ਟੌਪਿਕ, ਉਹਦੇ ਵਿੱਚ ਪਾਰਟ 2 ਆ ਗਿਆ ਵੀਡੀਓ ਦਾ। ਠੀਕ ਹੈ ਬੇਟਾ, ਇਹਦੇ 'ਚ ਅਸੀਂ ਕਰ ਰਹੇ ਹਾਂ ਮੈਜਰਮੈਂਟ ਆਫ ਗੈਸ। ਦੇ ਵਿੱਚ ਅਸੀਂ ਸਭ ਤੋਂ ਪਹਿਲੀ ਟਰਮ ਕਰਦੇ ਸੀ ਕਿ ਮਾਸ ਆਫ ਦੀ ਗੈਸ, ਜਿਹਨੂੰ ਅਸੀਂ ਸਟੱਡੀ ਕਰ ਚੁੱਕੇ ਹਾਂ। ਨੰਬਰ 2 ਸੀਗਾ ਸਾਡਾ ਵੋਲਿਊਮ ਆਫ ਦੀ ਗੈਸ, ਜਿਹਨੂੰ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲੇ ਦੇਖਾਂਗੇ। ਵੋਲਿਊਮ ਆਫ ਦਾ ਗੈਸ ਮਤਲਬ ਕੀ ਹੈ? ਦੇਖੋ ਬੇਟਾ, ਵੋਲਿਊਮ ਦਾ ਮਤਲਬ ਕੀ ਹੁੰਦਾ ਹੈ ਕਿ ਕਪੈਸਿਟੀ। ਅਸਲ 'ਚ ਵੋਲਿਊਮ ਦਾ ਮਤਲਬ ਕੀ ਹੁੰਦਾ ਹੈ? ਕਿਸੇ ਚੀਜ਼ ਦੇ ਅੰਦਰ ਕਪੈਸਿਟੀ, ਕਿਸੇ ਚੀਜ਼ ਦਾ ਸਮਝ ਲਓ ਕਿ ਸਾਈਜ਼। ਠੀਕ ਹੈ ਬੇਟਾ, ਅਸੀਂ ਇਹ ਦੇਖਣਾ ਹੈ ਕਿ ਕਿਸੇ ਚੀਜ਼ ਦਾ ਸਾਈਜ਼ ਕਿੰਨਾ ਕੁ ਹੋ ਸਕਦਾ ਹੈ, ਕਿਸੇ ਚੀਜ਼ ਦਾ ਸਾਈਜ਼ ਕਿੰਨਾ ਕੁ ਹੋ ਸਕਦਾ ਹੈ, ਜਾਂ ਕਿਸੇ ਚੀਜ਼ ਦਾ ਕਪੈਸਿਟੀ ਕਿੰਨੀ ਕੁ ਹੋ ਸਕਦੀ ਹੈ। ਹੁਣ ਕਿਸੇ ਗੈਸ ਦੀ ਗੱਲ ਕਰੀਏ ਤਾਂ ਕਿਸੇ ਗੈਸ ਦੇ ਕੇਸ ਵਿੱਚ ਜਿਹੜਾ ਸਾਈਜ਼ ਹੁੰਦਾ ਗੈਸ ਮੋਲੀਕੂਲਸ ਦਾ, ਉਹ ਬਹੁਤ ਜ਼ਿਆਦਾ ਕੀ ਹੈ, ਸਮੋਲਰ ਹੈ। ਠੀਕ ਹੈ, ਅਗਰ ਮੰਨ ਲਓ ਮੈਂ ਇੱਕ ਬੀਕਰ ਲੈ ਕੇ, ਇਸ ਤਰ੍ਹਾਂ ਇੱਕ ਬੀਕਰ ਲੈ ਕੇ ਇਹਦੇ 'ਚ ਕੋਈ ਗੈਸ ਨੂੰ ਪਲੇਸ ਕਰ ਦਿੰਦਾ। ਹੁਣ ਐਜ਼ ਕੰਪੇਅਰ ਟੂ, ਵੈਸੇ ਤਾਂ ਅਸੀਂ ਗੈਸ ਨੂੰ ਇਸ ਤਰ੍ਹਾਂ ਸ਼ੋਅ ਕਰ ਦਿੰਦੇ ਹਾਂ ਤਾਂ ਕਿ ਸਾਨੂੰ ਬੱਚਿਆਂ ਨੂੰ ਪਤਾ ਲੱਗ ਜਾਏ ਕਿ ਗੈਸ ਹੈ ਚੀਜ਼ ਪ੍ਰੈਜ਼ੈਂਟ ਹੈ ਵਿੱਚ। ਅਸਲ 'ਚ ਤਾਂ ਦੇਖੀਏ, ਜੇਕਰ ਬੀਕਰ ਦੇ ਵਿੱਚ ਕੋਈ ਗੈਸ ਰੱਖਦੀ ਤਾਂ ਉਹਦੇ ਮੋਲੀਕੂਲਸ ਇੰਨੇ ਕੁ ਛੋਟੇ ਨੇ ਕਿ ਅਸੀਂ ਇਸ ਤਰ੍ਹਾਂ ਸ਼ੋਅ ਹੀ ਨਹੀਂ ਕਰ ਸਕਦੇ ਉਹਨੂੰ। ਹੁਣ ਅਸੀਂ ਇਹ ਵੀ ਚੀਜ਼ ਦੇਖੀਏ ਤੇ ਐਜ਼ ਕੰਪੇਅਰ ਟੂ ਬੀਕਰ ਦੇ ਵੋਲਿਊਮ ਨਾਲੋਂ, ਜਿੰਨਾ ਬੀਕਰ ਦਾ ਸਾਈਜ਼ ਹੈ ਤੇ ਜਿੰਨਾ ਵੀ ਇੱਕ ਮੋਲੀਕੂਲ ਦਾ ਸਾਈਜ਼ ਹੈ, ਇਹਨਾਂ 'ਚ ਬਹੁਤ ਜ਼ਿਆਦਾ ਡਿਫਰੈਂਸ ਹੈ। ਇੱਕ ਮੋਲੀਕੂਲ ਦਾ ਸਾਈਜ਼ ਤੇ ਬਹੁਤ ਜ਼ਿਆਦਾ ਐਕਸਟ੍ਰੀਮਲੀ ਸਮੋਲਰ ਹੈ। ਈਵਨ ਦੈਨ ਤੁਹਾਨੂੰ ਦੱਸਾਂ ਤੇ ਤਕਰੀਬਨ 1.2 ਐਂਗਸਟ੍ਰੋਮ ਇੱਕ ਐਟਮ ਦਾ ਰੇਡੀਅਸ ਹੁੰਦਾ ਹੈ। 1.2 ਐਂਗਸਟ੍ਰੋਮ, ਜੋ ਕਿ 10 ਦੀ ਪਾਵਰ -10 ਦੇ ਬਰਾਬਰ ਚਲਾ ਜਾਂਦਾ ਹੈ। ਬਹੁਤ ਛੋਟੀ ਵੈਲਿਊ ਹੈ ਇਹ ਵਾਲੀ। ਤੇ ਇੰਨੇ ਛੋਟੇ ਸਾਈਜ਼ ਨੂੰ ਅਸੀਂ ਕੀ ਮੰਨ ਕੇ ਚੱਲੀਦਾ? ਅਸੀਂ ਨਿਗਲੈਕਟ ਕਰਕੇ ਚੱਲੀਦਾ। ਫਿਰ ਅਸੀਂ ਇਸ ਤਰ੍ਹਾਂ ਮੰਨ ਕੇ ਚੱਲਦੇ ਹਾਂ ਕਿ ਜਿਹੜਾ ਵੋਲਿਊਮ ਆਫ ਦੀ ਗੈਸ ਜਿਹੜਾ ਹੋਏਗਾ ਉਹ ਕਿਹਦੇ ਬਰਾਬਰ ਹੋਏਗਾ? ਜਿੰਨਾ ਵੀ ਸਾਡਾ ਵੋਲਿਊਮ ਕਿਹਦਾ ਹੋਏਗਾ? ਵੋਲਿਊਮ ਆਫ ਬੀਕਰ। ਠੀਕ ਹੈ ਬੇਟਾ, ਜਿੰਨਾ ਬੀਕਰ ਦਾ ਵੋਲਿਊਮ ਉਹ ਹੀ ਸਾਡੇ ਗੈਸ ਦਾ ਵੋਲਿਊਮ ਅਸੀਂ ਮੰਨ ਕੇ ਚੱਲਦੇ ਹਾਂ, ਕੰਸੀਡਰ ਕਰਕੇ ਚੱਲਦੇ ਹਾਂ। ਕਿਉਂਕਿ ਬੇਸਿਕਲੀ ਤੇ ਮੈਂ ਤੁਹਾਨੂੰ ਅੱਗੇ ਦੱਸ ਰਿਹਾ ਕਿ ਗੈਸ ਦਾ ਵੋਲਿਊਮ ਤੇ ਹੈਗਾ ਹੈ, ਬਟ ਉਹ ਬਹੁਤ ਐਕਸਟ੍ਰੀਮਲੀ ਸਮੋਲ ਹੈ। ਇਸ ਕਰਕੇ ਉਹਨੂੰ ਅਸੀਂ ਕਾਊਂਟ ਹੀ ਨਹੀਂ ਕਰਦੇ, ਉਹਨੂੰ ਨਿਗਲੈਕਟ ਕਰਕੇ ਚੱਲਦੇ ਹਾਂ। ਹੁਣ ਗੈਸ ਦੇ ਜਿਹੜੇ ਯੂਨਿਟਸ ਆ ਜਾਣਗੇ ਵੋਲਿਊਮ ਵਾਸਤੇ, ਯੂਨਿਟਸ ਸਾਡੇ ਕੋਲ ਕੀ ਆਣਗੇ? ਇੱਕ ਤੇ ਯੂਜ਼ ਹੁੰਦੇ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਮੀਟਰ ਕਿਊਬ। ਠੀਕ ਹੈ ਬੇਟਾ, ਸਭ ਤੋਂ ਪਹਿਲੇ ਨੰਬਰ 'ਤੇ ਅਸੀਂ ਯੂਜ਼ ਕਰਦੇ ਹਾਂ ਮੀਟਰ ਕਿਊਬ ਸਾਡੇ ਵੋਲਿਊਮ ਦੇ ਯੂਨਿਟਸ। ਵੋਲਿਊਮ ਦਾ ਜਨਰਲ ਫਾਰਮੂਲਾ ਜਿਹੜਾ ਹੁੰਦਾ ਹੈ ਉਹਨੂੰ ਅਸੀਂ ਲੈਂਥ ਬ੍ਰੈਡਥ ਇਨਟੂ ਹਾਈਟ ਦੀ ਫਾਰਮ 'ਚ ਲਿਖਦੇ ਹਾਂ। ਠੀਕ ਹੈ, ਚਾਹੇ ਤੁਸੀਂ ਜਿਹੜੀ ਮਰਜ਼ੀ ਚੀਜ਼ ਲੈ ਲਓ, ਜਨਰਲ ਫਾਰਮੂਲਾ ਇਹੀ ਤਿੰਨ ਚੀਜ਼ਾਂ ਦੇ ਵਿੱਚ ਹੀ ਰਿਲੇਟਡ। ਠੀਕ ਹੈ, ਸਭ ਤੋਂ ਪਹਿਲੇ ਨੰਬਰ 'ਤੇ ਆ ਗਏ ਹੁਣ ਲੈਂਥ ਦੇ ਵੀ ਮੀਟਰ, ਬ੍ਰੈਡਥ ਦੇ ਵੀ ਮੀਟਰ ਤੇ ਹਾਈਟ ਦੇ ਵੀ ਮੀਟਰ। ਸੋ ਦੈਟਸ ਵਾਈ ਇਹ ਸਾਡੇ ਆ ਗਏ SI ਯੂਨਿਟਸ, ਸਟੈਂਡਰਡ ਇੰਟਰਨੈਸ਼ਨਲ ਯੂਨਿਟਸ, ਮੀਟਰ ਕਿਊਬ। ਰੁਕੋ, ਦੂਸਰੇ ਨੰਬਰ 'ਤੇ ਬੇਟਾ ਆ ਜਾਣਗੇ ਸਾਡੇ ਕੋਲ ਸੈਂਟੀਮੀਟਰ ਕਿਊਬ। ਸੈਂਟੀਮੀਟਰ ਕਿਊਬ ਨੂੰ ਅਸੀਂ ਇਸ ਤਰੀਕੇ ਨਾਲ, ਇਹ ਸਾਡੇ ਆ ਗਏ CGS ਯੂਨਿਟਸ। ਸੈਂਟੀਮੀਟਰ ਕਿਊਬ ਨੂੰ ਅਸੀਂ CC ਦੀ ਫਾਰਮ 'ਚ ਵੀ ਲਿਖਦੇ ਹਾਂ। ਜਿੰਨੇ ਵੀ ਸਾਡੇ ਬਾਈਕ ਇੰਜਨਸ ਹੁੰਦੇ ਨੇ, ਤੁਸੀਂ ਸੁਣਿਆ ਹੋਏਗਾ ਕਿ ਮੇਰਾ ਬਾਈਕ ਇੰਜਨ 100 cc ਹੈ, ਮੇਰਾ ਬਾਈਕ ਇੰਜਨ 150 cc ਹੈ। ਅਸਲ 'ਚ ਇਹ ਉਹਦੀ ਕਿਊਬਿਕ ਕਪੈਸਿਟੀ ਹੁੰਦੀ ਹੈ। ਇਹਦਾ ਮਤਲਬ ਹੁੰਦਾ ਕਿ ਉਹਦੇ 'ਚ ਮੇਰੀ ਗੈਸ ਵਾਸਤੇ ਇੰਨਾ ਵੋਲਿਊਮ ਪ੍ਰੈਜ਼ੈਂਟ ਹੈਗਾ। ਠੀਕ ਹੈ, ਜੇਕਰ 100 cc ਹੈ ਛੋਟਾ ਹੈ, 200 cc ਹੈ ਤਾਂ ਵੱਡਾ ਹੋਏਗਾ। ਇਸ ਤਰੀਕੇ ਨਾਲ ਵੋਲਿਊਮ ਨੂੰ ਐਕਸਪ੍ਰੈਸ ਕੀਤਾ ਜਾਂਦਾ ਹੈ ਇੰਜਨ ਦੇ ਵਿੱਚ। ਠੀਕ ਹੈ ਬੇਟਾ, ਇਸ ਤੋਂ ਇਲਾਵਾ ਇੱਕ ਸਾਡੇ ਕੋਲ ਹੋਰ ਯੂਨਿਟਸ ਨੇ ਜਿਨ੍ਹਾਂ ਨੂੰ ਬੋਲਦੇ ਹਾਂ ਪ੍ਰੈਕਟੀਕਲ ਯੂਨਿਟਸ। ਜਿਹੜੇ ਪ੍ਰੈਕਟੀਕਲ ਯੂਨਿਟਸ ਆਉਂਦੇ ਨੇ ਇਹ ਥੋੜ੍ਹੇ ਜਿਹੇ ਅਲੱਗ ਨੇ। ਇਹ ਇਸ ਤਰ੍ਹਾਂ ਦੇ ਯੂਨਿਟਸ ਹੁੰਦੇ ਨੇ, ਨਾ ਜਿਹੜੇ SI ਹੁੰਦੇ ਨੇ, ਨਾ ਜਿਹੜੇ CGS ਹੁੰਦੇ ਨੇ। ਇਹ ਸਾਡੇ ਇਸ ਤਰ੍ਹਾਂ ਦੇ ਯੂਨਿਟਸ ਨੇ ਜਿਹਨੂੰ ਜ਼ਿਆਦਾ ਅਸੀਂ ਲੋਕ ਯੂਜ਼ ਕਰਦੇ ਹਾਂ, ਜੋ ਕਿ ਅੱਜ ਦੇ ਟਾਈਮ 'ਚ ਅਸੀਂ ਯੂਜ਼ ਕਰਦੇ ਹਾਂ ਬਹੁਤ ਜ਼ਿਆਦਾ। ਇਹਨੂੰ ਪੋਪੂਲਰ ਯੂਨਿਟਸ ਵੀ ਬੋਲਿਆ ਜਾਂਦਾ ਹੈ, ਦੈਟ ਇਜ਼ ਅਵਰ ਲੀਟਰ। ਠੀਕ ਹੈ, ਜਿੰਨੀਆਂ ਵੀ ਅਸੀਂ ਲਿਕੁਇਡ ਫਾਰਮਸ ਲੈਂਦੇ ਹਾਂ, ਚਾਹੇ ਕੋਲਡ ਡਰਿੰਕ ਫਾਰਮ ਲੈ ਲਈਏ, ਚਾਹੇ ਪੈਟਰੋਲ ਵਗੈਰਾ ਲੈ ਲਈਏ, ਉਹ ਸਾਡੇ ਕੋਲ ਲੀਟਰ ਦੇ ਵਿੱਚ ਹੀ ਸਾਨੂੰ ਮਿਲਦਾ। ਠੀਕ ਹੈ ਬੇਟਾ, ਇਹ ਸਾਡਾ ਹੋ ਗਿਆ ਸਾਡੇ ਕੋਲ ਨੰਬਰ 2 ਸਾਡਾ ਵੋਲਿਊਮ ਆਫ ਦੀ ਗੈਸ। ਹੁਣ ਨੈਕਸਟ ਆਏਗਾ ਸਾਡੇ ਕੋਲ ਨੰਬਰ 3, ਜੋ ਕਿ ਆ ਜਾਏਗਾ ਟੈਂਪਰੇਚਰ ਆਫ ਦੀ ਗੈਸ। ਅਸੀਂ ਗੱਲ ਕਰਨੀ ਟੈਂਪਰੇਚਰ ਬਾਰੇ। ਹੁਣ ਪਹਿਲੀ ਗੱਲ ਤੇ ਟੈਂਪਰੇਚਰ ਹੁੰਦਾ ਕੀ? ਟੈਂਪਰੇਚਰ ਬਾਰੇ ਸਾਰਿਆਂ ਨੂੰ ਪਤਾ ਕਿ ਟੈਂਪਰੇਚਰ ਹੈਗਾ ਕੀ ਹੈ, ਬਟ ਡਿਫਾਈਨ ਕਰਨਾ ਨਹੀਂ ਆਉਂਦਾ ਕਿ ਟੈਂਪਰੇਚਰ ਨੂੰ ਕਿਸ ਤਰ੍ਹਾਂ ਐਕਸਪਲੇਨ ਕਰ ਸਕਦੇ ਹਾਂ। ਟੈਂਪਰੇਚਰ ਕੀ ਹੈ? ਡਿਗਰੀ ਆਫ ਕੋਲਡਨੈਸ ਔਰ ਹੌਟਨੈਸ। ਕੋਈ ਬੋਡੀ ਕਿੰਨੀ ਕੁ ਗਰਮ ਹੈ ਜਾਂ ਕੋਈ ਬੋਡੀ ਕਿੰਨੀ ਕੁ ਠੰਡੀ ਹੈ, ਉਸ ਚੀਜ਼ ਨੂੰ ਡਿਗਰੀ 'ਚ ਐਕਸਪ੍ਰੈਸ ਕੀਤਾ ਜਾਵੇ,
ਉਹਨੂੰ ਅਸੀਂ ਉਹਦਾ ਟੈਂਪਰੇਚਰ ਬੋਲਦੇ ਹਾਂ। ਠੀਕ ਹੈ ਬੇਟਾ, ਟੈਂਪਰੇਚਰ ਕੀ ਹੋਗਾ, ਦ ਡਿਗਰੀ ਆਫ ਹੌਟਨੈਸ ਜਾਂ ਕੋਲਡਨੈਸ ਆਫ ਏ ਬੋਡੀ। ਠੀਕ ਹੈ ਜਿੰਨੀਆਂ ਵੀ ਬੋਡੀਜ਼ ਨੇ, ਹਰ ਬੋਡੀ ਥੋੜ੍ਹੀ ਬਹੁਤੀ ਗਰਮ ਵੀ ਹੁੰਦੀ ਹੈ। ਠੀਕ ਹੈ, ਜਿਸ ਕਰਕੇ ਉਹਦੇ 'ਚ ਕੋਈ ਨਾ ਕੋਈ ਉਹਦਾ ਟੈਂਪਰੇਚਰ ਜ਼ਰੂਰ ਹੁੰਦਾ। ਹੁਣ ਟੈਂਪਰੇਚਰ ਦੇ ਵਿੱਚ ਮੇਨ ਦਿੱਕਤ ਕੀ ਹੈ ਕਿ ਟੈਂਪਰੇਚਰ ਨੂੰ ਯੂਨਿਟ ਜਿਹੜੇ ਆਉਂਦੇ ਨੇ, ਜਿਹੜੇ ਟੈਂਪਰੇਚਰ ਦੇ ਯੂਨਿਟਸ ਨੇ, ਸਭ ਤੋਂ ਪਹਿਲੇ ਅਗਰ ਅਸੀਂ ਦੇਖੀਏ ਟੈਂਪਰੇਚਰ ਦੇ ਐਸਆਈ ਯੂਨਿਟਸ, ਜਿਹੜੇ ਸਾਡੇ ਸਟੈਂਡਰਡ ਇੰਟਰਨੈਸ਼ਨਲ ਯੂਨਿਟਸ ਨੇ, ਉਹ ਬੇਟਾ ਕਿਹੜੇ ਨੇ, ਉਹ ਹੁੰਦੇ ਨੇ ਕੈਲਵਿਨ। ਕੈਲਵਿਨ ਸਾਡੇ ਮੇਨ ਯੂਨਿਟਸ ਨੇ ਟੈਂਪਰੇਚਰ ਦੇ। ਠੀਕ ਹੈ, ਜਿਹੜੇ ਸੀਜੀਐਸ ਯੂਨਿਟਸ ਆ ਜਾਣਗੇ ਉਹ ਸਾਡੇ ਆਉਣਗੇ 9 ਯੂਨਿਟਸ। ਇਹ ਚੀਜ਼ ਯਾਦ ਰੱਖਣਾ, ਪੇਪਰ 'ਚ ਕੁਐਸਚਨ ਆਉਂਦਾ ਹੁੰਦਾ ਜੇ। ਠੀਕ ਹੈ, ਕਿ ਟੈਂਪਰੇਚਰ ਦੇ ਸੀਜੀਐਸ ਯੂਨਿਟਸ ਦੱਸੋ, ਤੇ ਬੱਚੇ ਕਈ ਵਾਰੀ ਉੱਥੇ ਕੁਝ ਇਸ ਤਰ੍ਹਾਂ ਦੇ ਯੂਨਿਟ ਲਿਖ ਦਿੰਦੇ ਜੋ ਕਿ ਸੀਜੀਐਸ ਹੁੰਦਾ। ਫਿਲਹਾਲ ਸੀਜੀਐਸ ਯੂਨਿਟ ਕੋਈ ਵੀ ਨਹੀਂ ਹੁੰਦਾ ਤਾਂ। ਤੇ ਇਸ ਤੋਂ ਇਲਾਵਾ ਇਹਦੇ ਪ੍ਰੈਕਟੀਕਲ ਯੂਨਿਟ ਵੀ ਨੇ। ਉਹ ਕਿਹੜੇ ਨੇ ਸਾਡੇ, ਸਭ ਤੋਂ ਪਹਿਲੇ ਨੰਬਰ ਤੇ ਡਿਗਰੀ ਸੈਲਸੀਅਸ। ਠੀਕ ਹੈ, ਇਸ ਤਰੀਕੇ ਨਾਲ ਉਹਨੂੰ ਰਿਪਰੈਜ਼ੈਂਟ ਕੀਤਾ ਜਾਂਦਾ, ਉੱਪਰ ਡਿਗਰੀ ਪਾ ਕੇ ਨੀਚੇ ਸੀ ਲਗਾ ਦੇਣਾ, ਇਹਦਾ ਮਤਲਬ ਡਿਗਰੀ ਸੈਲਸੀਅਸ। ਨੰਬਰ 2 ਡਿਗਰੀ ਫਾਰਨਹਾਈਟ। ਠੀਕ ਹੈ ਬੇਟਾ, ਤੇ ਨੰਬਰ 3 ਜਿਹੜਾ ਆ ਗਿਆ ਸਾਡੇ, ਦੈਟ ਇਜ਼ ਅਵਰ ਰਿਊਮਰ। ਇਹ ਬਹੁਤ ਘੱਟ ਯੂਜ਼ ਹੁੰਦਾ, ਇਹ ਜ਼ਿਆਦਾਤਰ ਲੈਬ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾ। ਠੀਕ ਹੈ, ਫॉर ਦੀ ਹਾਈ ਟੈਂਪਰੇਚਰ ਡਿਨੋਸ਼ਨ। ਠੀਕ ਹੈ, ਅਗਰ ਅਸੀਂ ਕਿਸੇ ਜਗ੍ਹਾ ਤੇ ਬਹੁਤ ਜ਼ਿਆਦਾ ਕੁਆਂਟਿਟੀ 'ਚ ਟੈਂਪਰੇਚਰ ਸ਼ੋ ਕਰਨਾ ਹੈ, ਫਿਰ ਅਸੀਂ ਉੱਥੇ ਰਿਊਮਰ ਨੂੰ ਯੂਜ਼ ਕਰਦੇ ਹਾਂ। ਠੀਕ ਹੈ, ਅਦਰਵਾਈਜ਼ ਰਿਊਮਰ ਬਹੁਤ ਘੱਟ ਯੂਜ਼ ਹੁੰਦਾ। ਹੁਣ ਟੈਂਪਰੇਚਰ ਨੂੰ ਮੇਜਰ ਜਿਹੜਾ ਕੀਤਾ ਜਾਂਦਾ, ਕਿਹਦੀ ਫਾਰਮ 'ਚ ਕੀਤਾ ਜਾਂਦਾ, ਸਾਡੇ ਕੋਲ ਇੱਕ ਟੈਂਪਰੇਚਰ ਨੂੰ ਮੇਜਰ ਕਰਨ ਵਾਸਤੇ ਡਿਵਾਈਸ ਬਣਾਇਆ ਗਿਆ। ਉਹ ਕਿਹੜਾ ਹੈ, ਥਰਮੋਮੀਟਰ। ਥਰਮੋਮੀਟਰ ਘਰਾਂ 'ਚ ਨਾਰਮਲੀ ਅਵੇਲੇਬਲ ਹੁੰਦਾ। ਅਸਲ 'ਚ ਇਹਨੂੰ ਕਲੀਨਿਕਲ ਥਰਮੋਮੀਟਰ ਬੋਲਿਆ ਜਾਂਦਾ। ਜਿਹੜਾ ਸਾਡੇ ਘਰਾਂ ਦੇ ਵਿੱਚ ਜਾਂ ਨਾਰਮਲੀ ਕਲੀਨਿਕਸ ਵਿੱਚ ਥਰਮੋਮੀਟਰ ਪ੍ਰੈਜ਼ੈਂਟ ਹੁੰਦਾ ਹੈ, ਉਹਦੇ 'ਚ 2 ਤਰ੍ਹਾਂ ਦੇ ਯੂਨਿਟਸ ਹੁੰਦੇ ਨੇ ਯੂਜ਼, ਇੱਕ ਤੇ ਡਿਗਰੀ ਸੈਲਸੀਅਸ, ਇੱਕ ਡਿਗਰੀ ਫਾਰਨਹਾਈਟ। ਜਿਵੇਂ ਮੈਂ ਐਗਜ਼ਾਮਪਲ ਦੱਸਾਂ, ਅੱਜ ਦੇ ਟਾਈਮ 'ਚ ਜਿਵੇਂ ਕਰੋਨਾ ਕਰਕੇ ਸਾਰਿਆਂ ਦੀ ਜਗ੍ਹਾ ਤੇ ਥਰਮੋਮੀਟਰ ਤੇ ਪ੍ਰੈਜ਼ੈਂਟ ਹੈਗੇ ਹੀ ਨੇ, ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਬਾਡੀ ਦਾ ਟੈਂਪਰੇਚਰ ਕਿੰਨਾ ਹੈ। ਸਾਡੇ ਬਾਡੀ ਦਾ ਜਿਹੜਾ ਨਾਰਮਲ ਟੈਂਪਰੇਚਰ ਹੈ, ਨਾਰਮਲ ਬਾਡੀ ਟੈਂਪਰੇਚਰ, ਉਹ ਸਾਡਾ ਕਿੰਨਾ ਹੁੰਦਾ, 98.6। ਠੀਕ ਹੈ, ਹੁਣ ਬੱਚਿਆਂ ਨੂੰ ਸਿਰਫ ਕਹਿ ਦਿੰਦੇ ਨੇ 98.6। ਅਸਲ 'ਚ 98.6 ਦੇ ਨਾਲ ਤੁਸੀਂ ਯੂਨਿਟ ਵੀ ਯੂਜ਼ ਕਰਨੇ ਨੇ, ਤੇ ਬੜੇ ਬੱਚੇ ਸੋਚਦੇ ਨੇ ਡਿਗਰੀ ਸੈਲਸੀਅਸ। ਅਸਲ 'ਚ ਗਲਤ ਹੈ ਇਹ ਚੀਜ਼। 98.6 ਡਿਗਰੀ ਸੈਲਸੀਅਸ ਸਾਡਾ ਬਾਡੀ ਟੈਂਪਰੇਚਰ ਨਹੀਂ ਹੈ। ਅਸਲ 'ਚ 98.6 ਫਾਰਨਹਾਈਟ ਸਾਡਾ ਕੀ ਹੈ, ਨਾਰਮਲ ਬਾਡੀ ਟੈਂਪਰੇਚਰ ਹੈ। ਠੀਕ ਹੈ ਬੇਟਾ, 98.6 ਡਿਗਰੀ ਫਾਰਨਹਾਈਟ ਸਾਡਾ ਬਾਡੀ ਦਾ ਨਾਰਮਲ ਟੈਂਪਰੇਚਰ ਹੈ। ਇਸ ਤੋਂ ਇਲਾਵਾ ਜੇ ਤੁਸੀਂ ਇਹਨੂੰ ਕਨਵਰਟ ਕਰਨਾ ਹੈ, ਅਗਰ ਅਸੀਂ ਇੱਕ ਯੂਨਿਟ ਨੂੰ ਕਨਵਰਟ ਕਰਨਾ ਹੈ ਦੂਸਰੇ ਯੂਨਿਟ 'ਚ, ਉਹਦੇ ਲਈ ਵੀ ਇੱਕ ਰਿਲੇਸ਼ਨ ਬਣਾਇਆ ਗਿਆ ਜਿਹਦੇ ਬੇਸਿਸ ਤੇ ਤੁਹਾਨੂੰ ਕੁਐਸਚਨ ਆ ਸਕਦੇ ਨੇ। ਉਹ ਰਿਲੇਸ਼ਨ ਕਿਸ ਤਰ੍ਹਾਂ ਦਾ ਹੈ, ਰਿਲੇਸ਼ਨ ਬਿਟਵੀਨ ਡਿਫਰੈਂਟ ਯੂਨਿਟਸ ਆਫ ਟੈਂਪਰੇਚਰ। ਅਸੀਂ ਅਗਰ ਅਲੱਗ-ਅਲੱਗ ਯੂਨਿਟਸ ਯੂਜ਼ ਕਰਦੇ ਹਾਂ ਟੈਂਪਰੇਚਰ ਦੇ, ਤੇ ਤੁਹਾਨੂੰ ਮੈਂ ਕਿਹਾ ਜਾਵੇ ਕਿ ਇੱਕ ਟੈਂਪਰੇਚਰ ਦੀ ਯੂਨਿਟ ਨੂੰ ਦੂਸਰੇ ਟੈਂਪਰੇਚਰ ਦੇ ਯੂਨਿਟ 'ਚ ਕਨਵਰਟ ਕਰਕੇ ਦੱਸੋ। ਤਾਂ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ, ਡਿਗਰੀ ਸੈਲਸੀਅਸ -0 by 100 - 0, ਡਿਗਰੀ ਫਾਰਨਹਾਈਟ -32 by 212 - 32 equals to K -273 by 373 - 273 equals to R -0 by 80 - 0। ਇਹ ਇੱਕ ਰਿਲੇਸ਼ਨ ਹੈ ਜਿਹਨੂੰ ਤੁਸੀਂ ਦਿਮਾਗ ਦੇ ਵਿੱਚ ਰੱਖਣਾ ਹੈ। ਇੱਥੋਂ ਤੁਸੀਂ ਕਿਸੇ ਵੀ ਟੈਂਪਰੇਚਰ ਨੂੰ ਡਿਗਰੀ ਸੈਲਸੀਅਸ ਨੂੰ ਕੈਲਵਿਨ 'ਚ ਕਰਨਾ ਹੈ, ਤੇ ਇਹ ਦੋਨੋਂ ਯੂਜ਼ ਕਰ ਲਓ। ਡਿਗਰੀ ਸੈਲਸੀਅਸ ਨੂੰ ਫਾਰਨਹਾਈਟ 'ਚ ਕਰਨਾ ਤੇ ਇਹ ਯੂਜ਼ ਕਰ ਲਓ। ਜੇ ਡਿਗਰੀ ਸੈਲਸੀਅਸ ਨੂੰ ਰਿਊਮਰ 'ਚ ਕਰਨਾ ਜਾਂ ਕਿਸੇ ਵੀ ਟੈਂਪਰੇਚਰ ਨੂੰ ਇੱਕ ਦੂਜੇ 'ਚ ਕਨਵਰਟ ਕਰਨਾ ਹੈ, ਤਾਂ ਤੁਸੀਂ ਇਹ ਤੋਂ ਕਰ ਸਕਦੇ ਹੋ। ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਕਰਕੇ ਦੱਸਦਾ। ਮੰਨ ਲਓ ਤੁਹਾਨੂੰ ਇਸ ਤਰੀਕੇ ਨਾਲ ਕੁਐਸਚਨ ਆਉਂਦਾ ਹੈ ਕਿ ਕਨਵਰਟ 10 ਡਿਗਰੀ ਸੈਲਸੀਅਸ ਇਨਟੂ ਕੈਲਵਿਨ। ਸਪੋਜ਼ ਕਰ ਲਓ ਇਸ ਤਰੀਕੇ ਨਾਲ ਤੁਹਾਨੂੰ ਪੇਪਰ 'ਚ ਕੁਐਸਚਨ ਆਉਂਦਾ ਕਿ ਕਨਵਰਟ ਕਰਕੇ ਦੱਸੋ ਸਾਨੂੰ ਕਿ 10 ਡਿਗਰੀ ਸੈਲਸੀਅਸ ਤੇ ਕੈਲਵਿਨ ਦੇ ਵਿੱਚ ਕਿੰਨਾ ਹੋਏਗਾ। ਬੜਾ ਈਜ਼ੀ ਕੰਮ ਹੈ। ਅਸੀਂ ਕਨਵਰਟ ਕਿਹਨੂੰ ਕਰਨਾ ਹੈ, ਸੈਲਸੀਅਸ ਨੂੰ। ਕਿਹਦੇ 'ਚ ਕਰਨਾ ਹੈ, ਕੈਲਵਿਨ ਦੇ ਵਿੱਚ। ਤੁਸੀਂ ਉਹ ਦੋਨੋਂ ਯੂਜ਼ ਕਰੋ, ਇਹ ਦੋਨੋਂ ਡਿਗਰੀ ਸੈਲਸੀਅਸ -0, ਬਾਕੀਆਂ ਨੂੰ ਕੋਈ ਲੈਣ ਦੀ ਲੋੜ ਨਹੀਂ, ਨਾ ਆਪਾਂ ਇਹਨੂੰ ਯੂਜ਼ ਕਰਨਾ ਫਿਲਹਾਲ, ਨਾ ਇਹਨੂੰ ਯੂਜ਼ ਕਰਨਾ। ਠੀਕ ਹੈ, ਸਿਰਫ ਇਹਨੂੰ ਤੇ ਇਹਨੂੰ ਯੂਜ਼ ਕਰਨ ਲੱਗੇ ਹਾਂ। ਡਿਗਰੀ ਸੈਲਸੀਅਸ -0 by 100 - 0 equals to K -273 by 373 - 273। ਡਿਗਰੀ ਸੈਲਸੀਅਸ ਕਿੰਨਾ ਦਿੱਤਾ ਗਿਆ ਸਾਨੂੰ,
10 मीन्स आ गया 10 माइनस 0 बाय 100 माइनस 0 k माइनस 273 373 माइनस 273 100 10 माइनस 0 10 100 माइनस 0 100 k माइनस 273 बाय 100 ਇਹ 100 ਨਾਲ 100 डायरैक्टली कट कर देने तो की बचा 10 इक्वल्स टू k माइनस 273 एंड उधर शिफ्ट कर देता 10 प्लस 273 इक्वल्स टू k दैट बिकम्स 283 ठीक है बेटा साढ़े को जो कैलविन च आ गया वो कितना आ गया 283 कैलविन यह साडा टैंपरेचर आ गया किदे च कैलविन दे विच ठीक है बेटा अज दी वीडियो च असी दो चीज़ां कर लित्तियां वॉल्यूम ते टैंपरेचर